आओ पहला सतगुरां की किरपा दे नाल 10 ਤੋਂ 15 मिनट पंजाबी उपरांत अंग्रेजी दे विच विचार करन दा यतन करिए। गुरु महाराज रहमत करन। So today's हुक्मनामा is blessing from Sachkhand Sheikh Hamdar Sahib. With Guru's Kirpa, we'll do the translation, explanation of the हुक्मनामा for first to 10-15 minutes in Punjabi followed by English. May Satguru bless you all. Stay tuned. ਅੱਜ ਦੇ ਪਵਿੱਤਰ ਹੁਕਮਨਾਮੇ ਵਿੱਚ ਕਬੀਰ ਸਾਹਿਬ ਫਰਮਾਉਂਦੇ ਹਨ, ਵਿਦਿਆ ਨਾ ਪਰੋ ਬਾਦ ਨਹੀਂ ਜਾਣਿਓ। ਕਬੀਰ ਸਾਹਿਬ ਨੇ ਜਦੋਂ ਧਾਰਮਿਕ ਲੋਕਾਂ ਵੱਲ ਤੱਕਿਆ ਤੇ ਆਪਣੇ ਧਾਰਮਿਕ ਗ੍ਰੰਥ ਪੜ੍ਹ ਕੇ ਇੱਕ ਦੂਜੇ ਨਾਲ ਵਾਦ ਵਿਵਾਦ ਕਰਦੇ ਸੀ ਤੇ ਇਸ ਤਰ੍ਹਾਂ ਵੀ ਹੋਂਦ 'ਚ ਆਇਆ ਭਈ ਇੱਕ ਧਰਮ ਦੇ ਲੋਕਾਂ ਨੇ ਦੂਜੇ ਧਰਮ ਦੇ ਲੋਕਾਂ ਦਾ ਕਤਲ ਕਰ ਦਿੱਤਾ, ਮਾਰ ਦਿੱਤਾ। ਤੇ ਕਬੀਰ ਸਾਹਿਬ ਇੱਕ ਸਵਾਲ ਖੜਾ ਕਰਦੇ ਨੇ, ਇਹੋ ਜਿਹੇ ਧਰਮ ਦਾ ਕੀ ਫਾਇਦਾ? ਜੇ ਇੱਕ ਧਰਮ ਦੇ ਲੋਕੀ ਆਪਣੇ ਗ੍ਰੰਥਾਂ ਨੂੰ ਪੜ੍ਹ ਕੇ ਦੂਜਿਆਂ ਨਾਲ ਈਰਖਾ ਕਰਦੇ ਨੇ, ਨਫ਼ਰਤ ਕਰਦੇ ਨੇ, ਦੂਜੇ ਧਰਮ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ, ਆਪਣਾ ਜ਼ੋਰ ਲਾਉਂਦੇ ਨੇ, ਤੇ ਇਹੋ ਜਿਹੇ ਧਰਮ ਦਾ ਕੀ ਫਾਇਦਾ? ਕਬੀਰ ਸਾਹਿਬ ਪੰਡਤਾਂ ਦੇ ਨਾਲ ਚਰਚਾ ਕਰ ਰਹੇ ਨੇ, ਜਿੱਥੇ ਪੰਡਤ ਕਹਿੰਦੇ ਕਬੀਰ ਸਾਹਿਬ ਤੁਸੀਂ ਧਰਮੀ ਨਹੀਂ, ਨਾ ਤੁਸੀਂ ਸਾਡੇ ਗ੍ਰੰਥਾਂ ਨੂੰ ਪੜ੍ਹਦੇ ਹੋ, 4 ਵੇਦ ਤੁਸੀਂ ਨਹੀਂ ਪੜ੍ਹੇ, ਸਿਮਰਤੀਆਂ ਤੁਸੀਂ ਨਹੀਂ ਪੜ੍ਹੀਆਂ, ਸ਼ਾਸਤਰ ਤੁਸੀਂ ਨਹੀਂ ਪੜ੍ਹੇ, ਤੇ ਐਵੇਂ ਤੁਹਾਡੇ ਮਗਰ ਦੁਨੀਆ ਲੱਗੀ ਆ। ਤੇ ਕਬੀਰ ਸਾਹਿਬ ਫਰਮਾਉਂਦੇ ਨੇ, ਵਿਦਿਆ ਨਾ ਪੜ੍ਹੋ, ਮੈਂ ਭਾਈ ਗ੍ਰੰਥਾਂ ਨੂੰ ਪੜ੍ਹਦਾ ਹੀ ਨਹੀਂ, ਬਾਦ ਨਹੀਂ ਜਾਣਿਓ। ਤੇ ਮੈਨੂੰ ਕੋਈ ਤੁਸੀਂ ਸਵਾਲ ਪੁੱਛੋਗੇ ਵੀ ਇਹਦਾ ਕੀ ਮਤਲਬ ਹੈ ਤੇ ਉਹਦਾ ਕੀ ਮਤਲਬ ਹੈ, ਮੈਂ ਕਿਸੇ ਵਾਦ ਵਿਵਾਦ ਦੇ ਵਿੱਚ ਨਹੀਂ ਪੈਣਾ, ਕਿਉਂਕਿ ਜੇ ਮੈਂ ਪੈ ਗਿਆ ਤੇ ਪਰਮਾਤਮਾ ਨਾਰਾਜ਼ ਹੋ ਜਾਏਗਾ, ਮੇਰੇ ਜ਼ਿੰਦਗੀ ਦੇ ਵਿੱਚ ਦੁੱਖ ਆਉਣਗੇ। ਹਰ ਗੁਣ ਕਥਤ ਸੁਣਤ ਬੋਰਾਨੋ। ਫਿਰ ਪੁੱਛਿਆ ਵੀ ਤੁਸੀਂ ਕੀ ਕਰਦੇ ਹੋ ਕਬੀਰ ਸਾਹਿਬ, ਤੁਹਾਨੂੰ ਇੰਨਾ ਗਿਆਨ ਹੈ, ਤੁਹਾਡੇ ਮਗਰ ਇੰਨੇ ਲੋਕ ਲੱਗੇ ਨੇ, ਤੁਹਾਨੂੰ ਪੂਜਦੇ ਨੇ। ਕਬੀਰ ਸਾਹਿਬ ਉਸ ਗੱਲ ਦਾ ਜਵਾਬ ਦਿੰਦੇ ਨੇ, ਹਰ ਗੁਣ ਕਥਤ, ਮੈਂ ਹਰੀ ਗੁਣਾਂ ਨੂੰ ਉਚਾਰਦਾ, ਸੁਣਤ ਫਿਰ ਸੁਣਦਾ, ਬੋਰਾਨੋ, ਤੇ ਵਾਹਿਗੁਰੂ ਦੇ ਗੁਣ ਸੁਣ ਕੇ ਮੈਂ ਬੋਰਾ ਹੋ ਗਿਆ, ਪਾਗਲ ਹੋ ਗਿਆ। ਪਾਗਲ ਦਾ ਭਾਵ ਹੈਰਾਨ ਹੋ ਗਿਆ। ਜਿੱਦਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਵੀ ਮਾਲਕਾ ਤੇਰੀ ਸ਼ਕਤੀ ਇੰਨੀ ਵੱਡੀ ਆ, ਤੇਰੇ ਗੁਣ ਇੰਨੇ ਨੇ, ਕਿਸ ਤਰ੍ਹਾਂ ਤੂੰ ਸ੍ਰਿਸ਼ਟੀ ਨੂੰ ਸਾਜਿਆ ਹੈ ਤੇ ਕਿਸ ਤਰ੍ਹਾਂ ਤੂੰ ਇਹ ਸਾਰੀ ਸ੍ਰਿਸ਼ਟੀ ਨੂੰ ਪਾਲਦਾ, ਕਿਸ ਤਰ੍ਹਾਂ ਸ੍ਰਿਸ਼ਟੀ ਸਾਰੀ ਕੰਮ ਕਰਦੀ ਆ, ਇਹ ਦੇਖ ਦੇਖ ਕੇ ਮੈਂ ਬਿਸਮਾਦ ਦੀ ਅਵਸਥਾ 'ਚ ਆ ਗਿਆ। ਬਿਸਮਾਦ ਭਾਵ ਬੋਰਾ ਹੋ ਗਿਆ, ਹੈਰਾਨ ਹੋ ਗਿਆ ਮੈਂ। ਅੰਗਰੇਜ਼ੀ 'ਚ ਕਹਿੰਦੇ ਨੇ ਵੰਡਰ ਸਟਰਕ। ਇੰਨਾ ਹੈਰਾਨ ਹੋ ਜਾਣਾ ਵੀ ਡਿੱਗ ਪੈਣਾ ਥੱਲੇ, ਵੀ ਕਮਾਲ ਦੀ ਚੀਜ਼ ਹੈ, ਉਹਨੂੰ ਕਹਿੰਦੇ ਬੋਰਾ। ਗੁਰੂ ਨਾਨਕ ਦੇਵ ਜੀ ਮਹਾਰਾਜ ਆਸਾ ਦੀਵਾਰ ਦੀ ਬਾਣੀ ਦੇ ਵਿੱਚ ਫਰਮਾਉਂਦੇ ਨੇ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਵਿਸਮਾਦ ਦਾ ਭਾਵ ਹੈਰਾਨਜਨਕ ਅਵਸਥਾ, ਵੀ ਇੱਦਾਂ ਵੀ ਹੋ ਸਕਦਾ। ਸਾਰੀ ਸ੍ਰਿਸ਼ਟੀ ਨਾਦ ਤੋਂ ਬਣੀ ਆ, ਤੁਸੀਂ ਸੋਚ ਸਕਦੇ ਆ? ਵਿਸਮਾਦ ਨਾਦ, ਨਾਦ ਦਾ ਭਾਵ ਆਵਾਜ਼, ਉਹ ਵਾਹਿਗੁਰੂ ਦਾ ਜਿਹੜੀ ਅਣਹਦ ਨਾਦ, ਅਣਹਦ ਧੁਨੀ, ਓਂਕਾਰ, ਕਹਿੰਦੇ ਕਮਾਲ ਹੋ ਗਈ। ਵਿਸਮਾਦ ਨਾਦ, ਵਿਸਮਾਦ ਵੇਦ, ਪਰ ਜਿਹੜਾ ਵੀ ਉਸ ਵਿਸਮਾਦ ਨਾਦ ਦੇ ਵਿੱਚ ਧਿਆਨ ਜੋੜਦਾ
ਉਹਨੂੰ ਵੇਦ ਭਾਵ ਗਿਆਨ ਪ੍ਰਾਪਤ ਹੁੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, 8 ਪੈਰ ਆਰਾਧਿਐ ਪੂਰਨ ਸਤਿਗੁਰ ਗਿਆਨ। ਜਿਨ੍ਹਾਂ ਨੇ 8 ਪੈਰ ਪ੍ਰਮਾਤਮਾ ਦੇ ਗੁਣ ਗਾਏ ਨੇ ਉਹਨਾਂ ਨੂੰ ਗਿਆਨ ਪ੍ਰਾਪਤ ਹੋ ਜਾਂਦਾ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਬੋਰੇ ਹੋ ਗਏ, ਵਿਸਮਾਤ ਵਿੱਚ ਆ ਗਏ। ਕਬੀਰ ਸਾਹਿਬ ਕਹਿੰਦੇ, ਮੈਨੂੰ ਧਰਮ ਗ੍ਰੰਥਾਂ ਨੂੰ ਪੜ੍ਹਨ ਦੀ ਲੋੜ ਨਹੀਂ ਜ਼ਿਆਦਾ ਭਾਈ, ਕਿਉਂ? ਮੈਂ ਤੇ ਵਾਹਿਗੁਰੂ ਦੀ ਰਚਨਾ ਨੂੰ ਦੇਖ ਦੇਖ ਕੇ, ਵਿਚਾਰ ਕਰ ਕਰਕੇ ਬੋਰਾ ਹੋ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨੀ ਕਿਉਂ ਜ਼ਰੂਰੀ ਹੈ? ਕਿਉਂਕਿ ਇਹ ਗੱਲਾਂ ਦਾ ਪਤਾ ਲੱਗਦਾ ਭਾਈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਚਾਹੀਦੀ ਆ, ਵਿਚਾਰ ਕਰਨਾ ਚਾਹੀਦਾ। ਧਾਰਮਿਕ ਗ੍ਰੰਥਾਂ ਦੀ ਜਿਹੜੇ ਸ਼ਲੋਕ ਨੇ ਉਹਨਾਂ ਨੂੰ ਪੜ੍ਹਨਾ ਚਾਹੀਦਾ, ਪਰ ਇਹਦਾ ਭਾਵ ਹੈ ਮਨ ਵਿੱਚ ਨਿਮਰਤਾ ਆ ਜਾਏ, ਮਨ ਵਿੱਚ ਦਇਆ ਆ ਜਾਏ, ਜੋ ਕਬੀਰ ਸਾਹਿਬ ਦੇ ਹਿਰਦੇ ਵਿੱਚ ਸੀ। ਸੋ ਇਹ ਗੱਲ ਜਿਹੜੀ ਕਬੀਰ ਸਾਹਿਬ ਸਾਨੂੰ ਦਰਸਾਉਣਾ ਚਾਹੁੰਦੇ ਨੇ, ਸਾਨੂੰ ਗਿਆਨ ਬਖਸ਼ਿਸ਼ ਕਰਨਾ ਚਾਹੁੰਦੇ ਆ। ਸਾਧ ਸੰਗਤ ਜੀ, ਧਰਮ ਦੇ ਨਾਂ 'ਤੇ ਕਿੰਨੇ ਯੁੱਧ ਹੋ ਰਹੇ ਨੇ ਅੱਜ ਕੱਲ੍ਹ, ਕਿੰਨੇ ਵਾਦ ਵਿਵਾਦ ਨੇ ਸਾਡੇ ਸਿੱਖ ਧਰਮ ਦੇ ਵਿੱਚ ਵੀ, ਇੱਕ ਨਹੀਂ ਅਨੇਕ। ਸੋ ਸੁਚੇਤ ਰਹਿਣਾ ਚਾਹੀਦਾ। ਫਿਰ ਕਬੀਰ ਸਾਹਿਬ ਫਰਮਾਉਂਦੇ ਨੇ, ਮੇਰੇ ਬਾਬਾ ਮੈਂ ਬੋਰਾ, ਸਭ ਖਲਕ ਸਿਆਣੀ ਮੈਂ ਬੋਰਾ। ਸਾਰੇ ਕਹਿੰਦੇ ਕਬੀਰ ਸਾਹਿਬ ਤੁਸੀਂ ਹੋ ਗਏ ਪਾਗਲ, ਭਈ ਅਸੀਂ ਐਵੇਂ ਇੰਨੇ ਵੱਡੇ ਗ੍ਰੰਥ ਪੜ੍ਹਦੇ ਹਾਂ, ਯੂਨੀਵਰਸਿਟੀਆਂ ਖੋਲ੍ਹੀਆਂ ਹੋਈਆਂ। ਕਬੀਰ ਸਾਹਿਬ ਕਹਿੰਦੇ, ਭਾਈ ਮੈਂ ਹੱਥ ਜੋੜੇ, ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ, ਮੈਂ ਬੋਰਾ, ਮੈਂ ਮੂਰਖ ਹਾਂ। ਇੱਥੇ ਹੁਣ ਸ਼ਬਦ ਜੋ ਵਰਤਿਆ ਇਹਦਾ ਭਾਵ ਭਾਈ ਮੈਂ ਮੂਰਖ ਹਾਂ। ਸਭ ਖਲਕ ਸਿਆਣੀ, ਸਾਰੇ ਖਲਕ, ਸਾਰੇ ਲੋਕ ਸਿਆਣੇ ਨੇ, ਮੈਂ ਤੁਹਾਡੇ ਨਾਲ ਕਿੱਦਾਂ ਚਰਚਾ ਕਰ ਸਕਦਾ? ਤੁਹਾਡਾ ਮੁਕਾਬਲਾ ਮੈਂ ਕਰ ਹੀ ਨਹੀਂ ਸਕਦਾ। ਦੇਖੋ ਕਿੰਨੀ ਨਿਮਰਤਾ। ਮੈਂ ਬਿਗੜਿਓ ਬਿਗੜੈ ਮਤ ਓਰਾ। ਫਿਰ ਸਾਰੇ ਕਹਿਣ ਲੱਗ ਪਏ ਤੂੰ ਵਿਗੜ ਗਿਆ। ਵਿਗੜ ਗਿਆ ਦਾ ਭਾਵ ਤੇਰੇ ਵਿਚਾਰ ਹੀ ਪੁੱਠੇ ਨੇ, ਵਿਗੜੇ ਹੋਏ ਨੇ। ਕਬੀਰ ਸਾਹਿਬ ਕਹਿੰਦੇ ਠੀਕ ਆ ਭਾਈ, ਮੈਂ ਤੇ ਵਿਗੜਿਆ ਹੋਇਆ, ਮੈਂ ਚਾਹੁੰਦਾ ਵੀ ਹੋਰ ਕੋਈ ਨਾ ਵਿਗੜ ਜਾਏ, ਤਾਂ ਤੁਸੀਂ ਮੇਰੇ ਨੇੜੇ ਨਾ ਆਓ। ਕਿਉਂ ਤੁਸੀਂ ਮੇਰੇ ਨਾਲ ਚਰਚਾ ਕਰਦੇ ਹੋ? ਜਾਓ ਆਪਣੇ ਘਰਾਂ ਜਾਓ ਅਤੇ ਕੰਮ ਕਰੋ ਆਪਣਾ, ਰਹਾਓ। ਕਬੀਰ ਸਾਹਿਬ ਵਿਸਰਾਮ ਦਿੰਦੇ ਨੇ, ਭਾਵ ਹੁਕਮਨਾਮੇ ਦਾ ਜੋ ਤੱਤ ਹੈ ਉਹ ਇਹੀ ਹੈ, ਕਿਸੇ ਨਾਲ ਚਰਚਾ ਨਹੀਂ ਕਰਨੀ। ਜਿਨ੍ਹਾਂ ਨੇ ਰੱਬ ਨੂੰ ਪਾਇਆ ਨਾ ਉਹ ਚੁੱਪ ਹੋ ਗਏ, ਜਿਨ੍ਹਾਂ ਨੇ ਹਾਲੇ ਰੱਬ ਨੂੰ ਨਹੀਂ ਪਾਇਆ ਉਹ ਫਿਰ ਸਾਧ ਸੰਗਤ ਜੀ ਚਰਚਾ ਕਰਦੇ ਬਹੁਤ ਵੱਡੀ ਇੰਟਰਨੈਟ 'ਤੇ, ਵਟਸਐਪ 'ਤੇ ਵੱਡੇ ਵੱਡੇ ਮੈਸੇਜ। ਉਹ ਗਲਤ ਹੈ, ਮੈਂ ਠੀਕ ਹਾਂ। ਇਹ ਉਹ ਕਰਦੇ ਨੇ ਜਿਨ੍ਹਾਂ ਨੇ ਹਾਲੇ ਰੱਬ ਦੀ ਪ੍ਰਾਪਤੀ ਨਹੀਂ ਕੀਤੀ। ਫਿਰ ਕਬੀਰ ਸਾਹਿਬ ਫਰਮਾਉਂਦੇ ਨੇ, ਦੇਖੋ ਭਾਈ, ਆਪ ਨਾ ਬੋਰਾ ਰਾਮ ਕੀਓ ਬੋਰਾ। ਕਹਿੰਦੇ ਜੇ ਮੈਂ ਮੂਰਖ ਹਾਂ ਇਹਦੇ ਵਿੱਚ ਮੇਰਾ ਜ਼ੋਰ ਥੋੜ੍ਹੀ ਆ, ਰਾਮ ਨੇ ਮੈਨੂੰ ਬੋਰਾ ਬਣਾਤਾ, ਕਿਉਂਕਿ ਮੇਰਾ ਕੋਈ ਜ਼ੋਰ ਨਹੀਂ ਹੈ। ਨਾ ਕੋ ਮੂਰਖ, ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ, ਨਾ ਕੋ ਮੂਰਖ ਨਾ ਕੋ ਸਿਆਣਾ। ਕੋਈ ਮੂਰਖ ਨਹੀਂ, ਕੋਈ ਸਿਆਣਾ ਨਹੀਂ, ਸਭ ਕੁਛ ਵਰਤੇ ਪ੍ਰਭ ਕਾ ਭਾਣਾ। ਇਹ ਸਾਰਾ ਭਾਣਾ ਉਹਦਾ ਵਾਹਿਗੁਰੂ। ਨਾਨਕ ਉੱਤਮ ਨੀਚ ਨਾ ਕੋਏ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਇਹ ਤੇ ਮਾਲਕ ਦੀ ਖੇਡ ਹੈ। ਸਤਿਗੁਰ ਜਾਰ ਗਇਓ ਭਰਮ ਮੋਰਾ। ਸਤਿਗੁਰਾਂ ਨੇ ਮੇਰੇ ਭਰਮ ਨੂੰ ਜਾਰ ਦਿੱਤਾ, ਸਾੜ ਦਿੱਤਾ। ਕਬੀਰ ਸਾਹਿਬ ਦੇ ਜੋ ਸਤਿਗੁਰੂ ਸੀ ਉਹ ਪਰਮਾਤਮਾ ਆਪ ਸੀ, ਕਿਉਂਕਿ ਰਾਮਾਨੰਦ ਉਹ ਇਹਨਾਂ ਨੂੰ ਗੁਰਮੰਤਰ ਨਹੀਂ ਦਿੰਦਾ ਸੀ ਵੀ ਤੁਸੀਂ ਨੀਵੀਂ ਜਾਤ ਦੇ ਹੋ, ਤੁਹਾਨੂੰ
ਕਥਾ ਦਾ ਵੀ ਪਤਾ, ਪਰ ਕਬੀਰ ਸਾਹਿਬ ਰਸਤੇ ਦੇ ਵਿੱਚ ਲੰਮੇ ਪੈ ਗਏ ਸੀ। ਜਦੋਂ ਰਾਮਾਨੰਦ ਨਹਿਰ ਦੇ ਵਿੱਚ ਇਸ਼ਨਾਨ ਕਰਕੇ ਬਾਹਰ ਆਇਆ, ਕਿਉਂ ਲੰਮੇ ਪਏ ਸੀ? ਜਦੋਂ ਉਹਦੇ ਘਰ ਗਏ, ਮੰਦਰ ਦੇ ਵਿੱਚ ਗਏ, ਰਾਮਾਨੰਦ ਨੇ ਕਿਹਾ, ਭਾਈ ਤੈਨੂੰ ਮੈਂ ਕੋਈ ਸਿੱਖਿਆ ਨਹੀਂ ਦੇ ਸਕਦਾ, ਤੂੰ ਨੀਵੀਂ ਜਾਤ ਦਾ। ਤੇ ਕਬੀਰ ਸਾਹਿਬ ਨੇ ਕਿਹਾ, ਮੈਨੂੰ ਮੰਤਰ ਦੇ ਦੇ ਭਾਈ, ਕਿਹੜਾ ਮੰਤਰ ਜਾਪ ਕਰਾਂ? ਤੇ ਰਾਮਾਨੰਦ ਕਹਿੰਦਾ, ਤੈਨੂੰ ਮੰਤਰ ਵੀ ਨਹੀਂ ਦੇ ਸਕਦੇ। ਤੇ ਕਬੀਰ ਸਾਹਿਬ ਫਿਰ ਲੰਮੇ ਪੈ ਗਏ। ਜਿੱਥੇ ਰਾਮਾਨੰਦ ਗੁਸਾਈ ਆਉਂਦਾ ਸੀ, ਜਦੋਂ ਰਾਮਾਨੰਦ ਗੁਸਾਈ ਦਾ ਠੁੱਡਾ ਵੱਜਾ ਕਬੀਰ ਸਾਹਿਬ ਦੇ ਨਾਲ, ਤੇ ਰਾਮਾਨੰਦ ਗੁਸਾਈ ਕਹਿੰਦਾ, ਬੋਲ ਰਾਮ। ਉਹ ਉੱਠ, ਕਿਉਂ ਸੁੱਤਾ ਪਿਆ? ਅੰਮ੍ਰਿਤ ਵੇਲੇ ਦਾ ਸਮਾਂ, ਉੱਠ ਤੇ ਬੋਲ ਰਾਮ। ਕਬੀਰ ਸਾਹਿਬ ਕਹਿੰਦੇ, ਧੰਨ, ਗੁਰਮੰਤਰ ਮਿਲ ਗਿਆ। ਫਿਰ ਉਦੋਂ ਤੋਂ ਰਾਮ 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 ਉਚਾਰਦੇ ਪਰਮਾਤਮਾ ਨਾਲ ਇੱਕ ਹੋ ਗਏ। ਪਰ ਰਾਮਾਨੰਦ ਨਹੀਂ ਹੋਇਆ, ਰਾਮਾਨੰਦ ਨਹੀਂ ਹੋਇਆ, ਕਬੀਰ ਸਾਹਿਬ ਹੋ ਗਏ। ਕਿਉਂ? ਪਿਆਰ ਸੀ, ਅੰਦਰ ਸ਼ਰਧਾ ਸੀ ਪਰਮਾਤਮਾ ਨੂੰ ਮਿਲਣ ਦੀ। ਸੋ ਇੱਥੇ ਕਬੀਰ ਸਾਹਿਬ ਜ਼ਿਕਰ ਕਰਦੇ ਨੇ, ਸਤਿਗੁਰ ਜਾਰ ਗਇਓ ਭਰਮ ਮੋਰਾ। ਸਤਿਗੁਰਾਂ ਨੇ ਮੇਰਾ ਭਰਮ ਨੂੰ ਜਾਰ ਦਿੱਤਾ, ਜਾਲ ਦਿੱਤਾ, ਸਾੜ ਦਿੱਤਾ। ਇੱਥੇ ਹੁਣ ਰਾਮ ਰਾਮ ਜਪਦਿਆਂ ਪ੍ਰਤੀਤ ਹੋਇਆ ਵੀ ਉਹ ਸੱਚਾ ਗੁਰੂ ਮੇਰੇ ਅੰਦਰ ਹੀ ਬੈਠਾ ਸੀ। ਗੁਰਬਾਣੀ ਪੜ੍ਹਨ ਦਾ ਇਹੀ ਫਾਇਦਾ ਨਾ, ਇਹੀ ਇੱਕ ਉਦੇਸ਼ ਹੈ ਬਾਣੀ ਪੜ੍ਹਨ ਦਾ, ਵੀ ਇੱਕ ਦਿਨ ਪਤਾ ਲੱਗ ਜਾਏ ਵੀ ਸਾਰਾ ਗਿਆਨ ਸਾਡੇ ਅੰਦਰ ਹੀ ਆ। 8 ਪੈਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ, ਜਿਤ ਘਟ ਵਸੇ ਪਾਰ ਬ੍ਰਹਮ ਸੋਈ ਸੁਹਾਵਾ ਥਾਉ। ਜਮ ਕੰਕਰ ਨੇੜ ਨਾ ਆਵੇ, ਰਸਨਾ ਹਰ ਗੁਣ ਗਾਓ। ਵਾਹਿਗੁਰੂ ਵਾਹਿਗੁਰੂ। ਮੈਂ ਬਿਗੜੈ ਆਪਣੀ ਮਤ ਖੋਈ, ਮੇਰੇ ਭਰਮ ਭੂਲੋ ਮਤ ਕੋਈ। ਠੀਕ ਆ, ਮੈਂ ਵਿਗੜ ਗਿਆ, ਮੈਂ ਮੂਰਖ ਹਾਂ, ਮੇਰੀ ਮੱਤ ਮਾਰੀ ਗਈ। ਤੁਸੀਂ ਇੱਦਾਂ ਹੀ ਕਹਿੰਦੇ ਹੋ, ਕੋਈ ਗੱਲ ਨਹੀਂ, ਮੈਨੂੰ ਕਬੂਲ ਆ, ਕਹਿੰਦੇ ਰਹੋ। ਪਰ ਜਿਹੜੇ ਭਰਮਾਂ ਦੇ ਵਿੱਚ ਮੈਂ ਪਿਆ, ਤੁਸੀਂ ਸੋਚਦੇ ਹੋ, ਇਹੋ ਜਿਹੇ ਭਰਮਾਂ ਦੇ ਵਿੱਚ ਤੁਸੀਂ ਨਾ ਪੈਣਾ, ਜਾਓ। ਸੋ ਬੋਰਾ ਜੋ ਆਪ ਨਾ ਪਛਾਣੇ। ਹੁਣ ਕਬੀਰ ਸਾਹਿਬ ਫਰਮਾਉਂਦੇ ਨੇ ਵੀ ਤੁਸੀਂ ਆਪਣੇ ਆਪ ਨੂੰ ਸਿਆਣੇ ਕਹਿੰਦੇ ਹੋ, ਹੁਣ ਮੇਰੀ ਵੀ ਗੱਲ ਸੁਣ ਲਓ, ਤੁਸੀਂ ਵੀ ਬੋਰੇ ਹੋ। ਜੇ ਤੁਸੀਂ ਆਪਣੇ ਆਪ ਨੂੰ ਨਹੀਂ ਪਛਾਣਿਆ, ਆਪਣੇ ਮੂਲ ਨੂੰ ਨਹੀਂ ਪਛਾਣਿਆ, ਆਪ ਪਛਾਣਾ ਤਾਂ ਇੱਕੋ ਜਾਣਾ, ਤਾਂ ਇੱਕ ਹੈ ਜਾਣਾ। ਸੋ ਇਹਦਾ ਭਾਵ ਕੀ ਹੋਇਆ? ਆਪਣੇ ਆਪ ਨੂੰ ਪਛਾਣ ਦਾ ਭਾਵ ਕੀ ਆ? ਕਬੀਰ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ, ਜਿਨਨੇ ਆਪਣੇ ਆਪ ਨੂੰ ਪਛਾਣ ਲਿਆ, ਉਹ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਨੂੰ ਜਾਣਦਾ। ਅਬੇ ਨਾ ਮਾਤਾ ਸੋ ਕਬਹੂ ਨਾ ਮਾਤਾ। ਮਾਤਾ ਭਾਵ ਉਸ ਪਰਮਾਤਮਾ ਦੇ ਪਿਆਰ ਦੇ ਵਿੱਚ ਬਿਲਕੁਲ ਰੰਗੇ ਜਾਣਾ, ਡੁੱਬ ਜਾਣਾ। ਜਦੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਆ ਤੇ ਸਾਰਿਆਂ ਦੇ ਵਿੱਚ ਪਰਮਾਤਮਾ ਨਜ਼ਰ ਆਉਂਦਾ, ਤੇ ਪਰਮਾਤਮਾ ਦੀ ਖੇਡ ਦੇਖ ਕੇ ਮਨ ਦੇ ਵਿੱਚ ਪਿਆਰ ਆਉਂਦਾ, ਇੰਨਾ ਪਿਆਰ ਆਉਂਦਾ ਵੀ ਫਿਰ ਸਾਰਿਆਂ ਨੂੰ ਆਪਣੇ ਗਲੇ ਲਾਉਂਦਾ ਇਨਸਾਨ, ਵੀ ਸਾਰਿਆਂ ਦੇ ਵਿੱਚ ਪਰਮਾਤਮਾ। ਸਧਨਾ ਭਗਤ ਸਧਨਾ ਜੋ ਕਸਾਈ ਸੀ, ਜਦੋਂ ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ, ਸਾਧ ਸੰਗਤ ਜੀ ਹੱਥ ਦੇ ਵਿੱਚ ਬਰਛਾ ਸੀ, ਮਾਰਨ ਲੱਗਾ ਸੀ ਬੱਕਰੇ ਨੂੰ, ਤੇ ਬਰਛਾ ਡਿੱਗ ਪਿਆ। ਕਹਿੰਦਾ ਹੁਣ ਨਹੀਂ, ਇਹਦੇ ਵਿੱਚ ਵੀ ਪਰਮਾਤਮਾ ਬੈਠਾ। ਤਾਂ ਹੀ ਸਾਧ ਸੰਗਤ ਜੀ ਭਗਤ ਸਧਨਾ ਦਾ ਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਆ। ਉਹਨਾਂ ਦੀ ਬਾਣੀ, ਉਹਨਾਂ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹੈ। ਕਿਉਂ? ਉਹਨਾਂ ਦੇ ਹਿਰਦੇ ਵਿੱਚ ਦਇਆ ਆ ਗਈ, ਉਹਨਾਂ ਨੂੰ ਪਰਮਾਤਮਾ ਸਾਰਿਆਂ ਵਿੱਚ ਦਿਸਣ ਲੱਗ ਪਿਆ। ਜੇ ਭਾਈ ਇਸ ਜੀਵਨ ਦੇ ਵਿੱਚ ਤੂੰ ਪਰਮਾਤਮਾ ਦੇ ਨਾਲ ਪਿਆਰ ਨਹੀਂ ਪਾਇਆ, ਤੇ ਕਦੀ ਵੀ ਪਿਆਰ ਨਹੀਂ ਪਏਗਾ। ਐਦਾਂ ਨਾ ਸਮਝੀ ਵੀ ਮਰ ਕੇ ਸਵਰਗ ਮਿਲੇਗਾ, ਨਹੀਂ ਮਿਲਣਾ। ਕਹਿ ਕਬੀਰ ਰਾਮੈ ਰੰਗ ਰਾਤਾ। ਕਬੀਰ ਸਾਹਿਬ ਕਹਿੰਦੇ, ਪਿਆਰਿਓ, ਮੇਰੇ ਕੋਲ ਸਮਾਂ ਨਹੀਂ ਜ਼ਿੰਦਗੀ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਬਹਿਸਾਂ ਕਰਾਂ,
मैं अपना टाइम ਸਮਾਂ ਬਰਬਾਦ ਕਰਾਂ। ਮੈਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੋ ਸਾਰੇ ਪਾਸੇ ਰਮਿਆ ਹੋਇਆ ਹੈ ਉਹਦੇ ਰੰਗ ਦੇ ਵਿੱਚ ਰੱਤਾ ਹੋਇਆ ਹਾਂ, ਉਹਦੇ ਪਿਆਰ ਦੇ ਵਿੱਚ ਭਿੱਜਿਆ ਹੋਇਆ ਹਾਂ। ਸੋ ਗੁਰੂ ਮਹਾਰਾਜ ਰਹਿਮਤ ਕਰਨ। ਬਾਕੀ ਦਾ ਸਮਾਂ ਪਿਆਰ ਦੇ ਨਾਲ ਅੰਗਰੇਜ਼ੀ ਦੇ ਵਿੱਚ ਵਿਚਾਰ ਸ਼ਰਵਣ ਕਰਨਾ। ਗੁਰੂ ਮਹਾਰਾਜ ਰਹਿਮਤ ਕਰਨ। ਸੋ ਟੁਡੇਜ਼ ਹੁਕਮਨਾਮਾ ਇਜ਼ ਬਲੈਸਿੰਗ ਫਰੋਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, composition of Bhagat Kabir Ji in Rag Bilawal, which creates the calm and cheerful mood. In today's Hukmnama, Kabir Sahib confronts the Pandits, the scholars, and all those religious leaders who, having read all their scriptures, now consider themselves as super spiritual, purest of pure. But such people, they spread hate. Kabir Sahib was from a low caste family, considered to be low caste family in world's eye. But in the eye of God, there is no low, there is no high. This is all God's creation, and we all are part of God's creation, where some people are placed high, some people are low. But if there was no low, there won't be any definition of high. If there was no poor, there won't be definition of rich. If there was no suffering, there won't be definition of happiness and joy. Every coin has two sides. You can't have just one side. You can't just have day. After the day, there is night. After the night, there is day. If there was no hot weather, no summer, there won't be any definition of winter. So this is all God's game. So Kabir Sahib, he was denied rights to worship Almighty God. He was not allowed to enter the temples. And this is quite interesting that he went to one of the Pandits, Swami. He used to be called Gosai, very spiritual people. His name was Ramanand. Kabir Sahib went to see Ramanand so he can get the Gurmantar from Ramanand. Ramanand refused. That I do not give any advice, any preaching or any mantra to people from low caste. Now, Sahib Sangat ji, Kabir Sahib, he came up with a plan. You know, if Ramanand, he chants a mantra, what I can do is when he comes out of the river in the morning after having bath, I will lay in his path whilst it's dark. He won't know. So when he hits my body, he will chant that mantra. You know, like when people, they suffer, and if something happens very suddenly, people will say, Vaheguru. Or Christians will say, Jesus. And Muslims will say, Allahu Akbar. Hindus will say, oh Ram. So if I make him hit my body, stumble over my body, he will say that mantra. So Kabir Sahib lay in the path of Swami Ramanand, Ramanand Gosai. So when Ramanand Gosai, after having the bath, he was coming out, he stumbled over, he said, who is sleeping here? You should wake up. This is early hours of the morning. This is Amrit Vela. Say Ram. This is how Kabir Sahib had the Gur Mantar.
He started chanting Ram. He started looking at the creation and contemplating on the glory of Almighty God. And there is evidence in the Gurbani, when you praise God, contemplate upon glory of God, you are blessed with Brahm Gyan. दुख भंजन तेरा नाम जी, दुख भंजन तेरा नाम, आठ पैर आराध्य है पूर्ण सतगुर ज्ञान. You are blessed with the पूर्ण सतगुर ज्ञान, the true wisdom. Amazing. Kabir Sahib became Brahm Gyani. He had following. And now Pandits, they come to Kabir Sahib and they question him, what religious scriptures have you read? And Kabir Sahib said, Vidya na paron. This is the first line of the Hukamnama. Vidya na paron, baad nahi janeo. Vidya means knowledge, education. I have no education of the religious scriptures. If you are questioning me where I had the knowledge from, I'm not going to even debate. I'm not going to go into any argument. Har gun kathat sunat borano. So where did you get this knowledge from? Kabir Sahib reveals, I listened to the har gun, the virtues of Almighty God. God is amazing. I listen to that. I say from my mouth, God is amazing. And by listening, by chanting, I have become borano, amazed. Literal meaning of bora means a foolish, a dumb person. But here Kabir Sahib implies, I've become bora. I'm absolutely wonderstruck by looking at God's beautiful creation. God can turn a man into woman. Man, when the soul leaves man's body, next life could be life of a woman. A woman can become man. Where there are mountains, God can turn those mountains into valleys. Where there are valleys, God can turn valley into an ocean. Where there is ocean, God can turn that ocean, that land where the ocean is, into big mountain. This is how powerful Almighty God is. जल थे थल कर थल ते कुआ, कूप ते मेर करावै, धरती ते आकाश चढ़ावै, चढ़े आकाश करावै. Kabir Sahib says, Nari te jo purkh karavai, purkhan te jo nari. This is all amazing. Guru Tegh Bahadur Sahib Maharaj reveals glory of God. Chinmay rao rank ko karei, rao rank kar dare, rite pare pare sakhnavai, yeh taan ko bivhar hai. Almighty God, you are so amazing. Guru Tegh Bahadur Sahib Maharaj comes to this conclusion. You can turn a beggar into king instantly, and a king into a beggar in no time. The places which are empty, you can fill them up. The places which are absolutely full, you can make them empty. So by contemplating upon God's glory, you are blessed with the Gyan. You are blessed with the desire to meet such a amazing Almighty Creator. And that desire helps you to become one with our Creator. Jinko lagi pyas, amrit se hi khaye. Guru Arjan Dev Ji Maharaj reveals, Jis jan ko prabh dars pyasa, Nanak tanka bal bal jasa. Those who are thirsty to meet God, they are amazing. I want to be in their company.
because their desire will rub on me and I will have that desire developed in me. And that's the only way to become one with God. विद्या ना परो बात नहीं जान्यो हर गुण कथत सुनत बोरानो. मेरे बाबा मैं बोरा सब खलक सियाणी. Almighty God, people, they argue with me. But I admit, I don't want to argue. I admit that I have gone insane. And the whole world, they are more clever, they are more intelligent than me. मैं बिगड़े मत ओरा रहाओ. And I pray for those people. If they call me, bigra means twisted. If they think I'm twisted, I'm bad, I'm insane, I pray for them that they should not go insane. Now this is the level of humility Kabir Sahib had, full of compassion, full of humility. Kabir Sahib embraced everyone. He saw God in everyone. Once upon a time, a dog took away the bread Kabir Sahib was about to eat. And Kabir Sahib chased that dog with butter in hand and called that dog saying, God, I can see you in that God. I can see you in that dog. Don't eat the bread without butter. Let me butter the bread. Then you eat it. So people who have become one with God, they see God in all. Apna bora Ram kiyo bora. Then Kabir Sahib addresses these Pandits that I haven't become insane in my own capacity. God has made me insane. So if you are Pandit, it's because God has blessed you. Again, it's total humility. Satgur jar gayo Brahma mora. Kabir Sahib realizes that the Satgur, the true Guru, is Almighty God who abides in everyone. By meditating upon Almighty God, who is present everywhere, by thinking about God's glory, who can do anything, who has potential to do impossible things, make them possible. By contemplating upon His glory, all my doubts have gone. Satgur jar means jalna, to burn. The true Guru, my Creator, has burnt away all my doubts. मैं बिगड़े अपनी मत खोई. Oh people of the world, if you think I'm insane, I've lost my mind, मेरे भरम भूलो मत कोई. You don't follow me. Don't lose yourself like I have lost. So bora jo aap na pachana. Then Kabir Sahib further reveals that that person is absolutely insane, foolish, who doesn't recognize himself. So what does he mean? Aap pachane ta ekkai jana. Those who have realized themselves, they had the self-realization, they will see God in everyone. These are the qualities of people who have had self-realization. Abe na mata so kabhu na mata. Now people talk about heaven. After death, we are going to go into heaven. But their existing life is hell. So Kabir Sahib makes it very clear. If you do not embrace love of God now, after death, there is no chance.
If you haven't realized your Creator whilst you're living, there is no chance of heaven after death. So you have to embrace love for God. You have to develop loving relationship with God. Abhe na mata, kabhu na mata. If you are not intoxicated with love of God, you will never be. Don't believe you will be placed in heaven after death. Keh Kabir, Rame Rang Rata. Kabir proclaims to the whole world that Kabir is immersed in the love of God, and I don't have to read any scriptures. I don't have to fall into any debates and waste my time. Sadhu Sangat ji, there are so many media messages nowadays on WhatsApp, on the Facebook. It's just crazy. If you start reading all those messages, you have no time left for God, to serve God. So make sure you utilize your time wisely. Every moment is very precious. Chin chin od byat hai, phoote ghat jeo pani. Life is passing away. Don't waste your time in non-productive thoughts and talks. May Satguru bless you all. Have a great day. Forgive all the mistakes. Share the Fateh with love. Vaheguru Ji ka Khalsa. Vaheguru Ji ki Fateh.